हाँ जी बेटा, ये अपना ਜਿਹੜਾ ਹੈਗਾ 5 ਨਵੰਬਰ ਦਾ ਲੈਕਚਰ ਹੈਗਾ, ਜਿਸ ਦੇ ਵਿੱਚ ਆਪਾਂ ਨਵਾਂ ਚੈਪਟਰ ਨੰਬਰ 4 ਰਿਲੇਸ਼ਨ ਸਟਾਰਟ ਕਰ ਰਹੇ ਹੈਗੇ। ਰਿਲੇਸ਼ਨ ਕੀ ਹੁੰਦਾ ਹੈ, ਰਿਲੇਸ਼ਨ ਦੀ ਡੈਫੀਨੇਸ਼ਨ ਦੇ ਬਾਰੇ ਆਪਾਂ ਸਭ ਤੋਂ ਪਹਿਲਾਂ ਪੜਾਂਗੇ ਕਿ ਰਿਲੇਸ਼ਨ ਦੇ ਵਿੱਚ ਬੇਟਾ ਸਭ ਤੋਂ ਪਹਿਲਾਂ ਕੀ ਹੁੰਦਾ, ਆਪਾਂ ਨੂੰ ਦੋ ਸੈੱਟ ਗਿਵਨ ਹੁੰਦੇ ਹੈਗੇ। we take the two sets A and B are two sets. A relation from A to B is a subset of A cross B. ਜਿਹੜਾ ਰਿਲੇਸ਼ਨ ਹੁੰਦਾ ਹੈ, ਰਿਲੇਸ਼ਨ ਨੂੰ ਆਪਾਂ ਕੈਪੀਟਲ R ਨਾਲ ਡਿਨੋਟ ਕਰਦੇ ਹੈਗੇ। ਜਿਹੜਾ ਰਿਲੇਸ਼ਨ ਹੁੰਦਾ R, ਇਹ ਕੀ ਹੁੰਦਾ ਹੈਗਾ, ਸਬਸੈਟ ਹੁੰਦਾ। ਸਬਸੈਟ ਦਾ ਬੇਟਾ ਤੁਹਾਨੂੰ ਪਤਾ ਹੀ ਹੈਗਾ, ਜਦੋਂ ਮਤਲਬ ਕਿਸੇ ਸੈੱਟ ਦੇ ਸਾਰੇ ਐਲੀਮੈਂਟਸ ਇਹਦੇ ਵਿੱਚ ਕੰਟੇਨ ਕਰਦੇ ਆ। ਆਰ ਇਜ਼ ਦਾ ਸਬਸੈਟ ਆਫ ਏ ਕ੍ਰੋਸ ਬੀ। ਠੀਕ ਹੈ, ਰਿਲੇਸ਼ਨ ਫਰੋਮ A to B is a subset of A cross B. In terms of symbols we can say R is the subset of A cross B. ਰਿਲੇਸ਼ਨ ਨੂੰ ਆਪਾਂ R ਨਾਲ ਡਿਨੋਟ ਕਰਦੇ ਹਾਂ ਤੇ ਕਿਹਦਾ ਸਬਸੈਟ ਹੁੰਦਾ A cross B, where A cross B ਹੀ ਹੈ, ਇਹ ਕਾਰਟੀਜ਼ਨ ਪ੍ਰੋਡਕਟ ਹੈ। A cross B is called the ਕਾਰਟੀਜ਼ਨ ਪ੍ਰੋਡਕਟ। ਕਾਰਟੀਜ਼ਨ ਪ੍ਰੋਡਕਟ ਮੀਨਸ ਇਹਦੇ ਵਿੱਚ ਮੈਂਬਰਸ ਹੁੰਦੇ ਆ ਕਿ ਇਫ ਐਕਸ ਵਾਈ ਇਜ਼ ਏ ਮੈਂਬਰ ਆਫ ਰਿਲੇਸ਼ਨ, ਜੇ ਐਕਸ ਵਾਈ ਕੀ ਹੈਗਾ, ਐਕਸ ਐਂਡ ਵਾਈ, ਦੇਖੋ ਟੂ ਐਲੀਮੈਂਟਸ ਇਹਦੇ ਵਿੱਚ, ਐਕਸ ਅਤੇ ਵਾਈ ਆਰ ਦੇ ਐਲੀਮੈਂਟਸ ਹੈ, ਤਾਂ ਆਪਾਂ ਕੀ ਕਹਾਂਗੇ ਕਿ ਐਕਸ ਅਤੇ ਵਾਈ ਦੇ ਵਿੱਚ ਰਿਲੇਸ਼ਨ ਹੈ। ਐਕਸ ਇਜ਼ ਰਿਲੇਟਡ ਟੂ ਵਾਈ। ਕਲੀਅਰ, ਜੇ ਐਕਸ ਅਤੇ ਵਾਈ ਆਰ ਦੇ ਐਲੀਮੈਂਟਸ ਹੈ, ਦੈਨ ਵੀ ਸੇ x is related to y, which means x is related to y. clear, means ਕਿ ਇਹ x ਤੇ ਜਦੋਂ ਕੋਈ ਵੀ ਐਲੀਮੈਂਟ r ਦਾ ਐਲੀਮੈਂਟ ਹੈ ਤਾਂ ਮੀਨਸ ਉਹ ਦੋਨੋਂ ਆਪਸ ਦੇ ਵਿੱਚ ਕੀ ਹੈ, ਰਿਲੇਟਡ ਹੈ। ਜੇ x ਤੇ y ਕੋਈ ਵੀ ਮੀਨਸ ਐਲੀਮੈਂਟ r ਦੇ ਵਿੱਚ ਨਹੀਂ ਹੈਗਾ, then we say x is not related to y, does not belongs to r। ਔਰ ਆਪਾਂ ਉੱਪਰ ਇੱਦਾਂ ਲਾਈਨ ਲਗਾ ਸਕਦੇ, ਮੀਨਸ ਡਜ਼ ਨੋਟ ਬਿਲੋਂਗਸ ਟੂ ਆਰ, ਮੀਨਸ ਇਹਨਾਂ ਦਾ ਆਪਸ 'ਚ ਕੋਈ ਰਿਲੇਸ਼ਨ ਨਹੀਂ ਹੈਗਾ ਉਹਦਾ। ਹੁਣ ਇਹ ਕਿਵੇਂ ਪਤਾ ਚੱਲੇਗਾ, ਇਹਨੂੰ ਆਪਾਂ ਐਗਜ਼ਾਮਪਲ ਦੇ ਥਰੂ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਸੈੱਟ ਏ ਆਪਣੇ ਕੋਲ, ਸਪੋਜ਼ ਏ ਸੈੱਟ ਦੇ ਵਿੱਚ ਆਪਣੇ ਕੋਲ ਐਲੀਮੈਂਟਸ ਹੈਗੇ 1 2 3, ਬੀ ਸੈੱਟ ਦੇ ਵਿੱਚ ਆਪਣੇ ਕੋਲ ਐਲੀਮੈਂਟਸ ਹੈਗੇ ਏ ਅਤੇ ਬੀ। ਕਲੀਅਰ, ਤਾਂ ਆਪਾਂ ਕੀ ਕਰਾਂਗੇ, ਕਾਰਟੀਜ਼ਨ ਪ੍ਰੋਡਕਟ ਲਿਖ ਲਵਾਂਗੇ ਸਭ ਤੋਂ ਪਹਿਲਾਂ, ਕਿਉਂਕਿ ਰਿਲੇਸ਼ਨ ਜਿਹੜਾ ਹੁੰਦਾ ਦੈਟ ਇਜ਼ ਦਾ ਸਬਸੈਟ ਆਫ ਦਾ ਕਾਰਟੀਜ਼ਨ ਪ੍ਰੋਡਕਟ। ਕਾਰਟੀਜ਼ਨ ਪ੍ਰੋਡਕਟ ਕਿਸ ਤਰ੍ਹਾਂ ਲਿਖਦੇ ਆ, ਏ ਕ੍ਰੋਸ ਬੀ। ਕਾਰਟੀਜ਼ਨ ਪ੍ਰੋਡਕਟ ਲਿਖਣ ਦਾ ਬੇਟਾ ਮੈਥਡ ਕੀ ਹੁੰਦਾ ਹੈਗਾ, ਮੈਂ ਤੁਹਾਨੂੰ ਇੱਥੇ ਇੱਕ ਵਾਰੀ ਕਲੀਅਰ ਕਰ ਦੇਵਾਂ ਕਿ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਪੇਅਰ ਦੇ ਵਿੱਚ ਐਲੀਮੈਂਟਸ ਲਿਖਦੇ ਹਾਂ। ਕਾਰਟੀਜ਼ਨ ਪ੍ਰੋਡਕਟ 'ਚ ਪੇਅਰ ਦੇ ਵਿੱਚ ਜਦੋਂ ਵੀ ਐਲੀਮੈਂਟਸ ਲਿਖੋਗੇ ਇੱਦਾਂ ਗੋਲ ਬ੍ਰੈਕਟ 'ਚ ਲਿਖੋਗੇ, ਗੋਲ ਬ੍ਰੈਕਟ ਦੇ ਵਿੱਚ ਐਲੀਮੈਂਟਸ ਲਿਖੇ ਜਾਂਦੇ ਆ ਪੇਅਰ 'ਚ, ਜਿਹਦਾ ਪਹਿਲਾ ਐਲੀਮੈਂਟ ਏ ਸੈੱਟ ਦਾ ਹੁੰਦਾ ਹੈ ਅਤੇ ਦੂਜਾ ਐਲੀਮੈਂਟ ਬੀ ਸੈੱਟ ਦਾ ਹੁੰਦਾ ਹੈ। ਹੁਣ ਦੇਖੋ ਧਿਆਨ ਨਾਲ, ਜੇ ਪਹਿਲਾ ਐਲੀਮੈਂਟ 1 ਲੈ ਰਹੇ ਹੈਗੇ ਫਸਟ, ਤਾਂ ਦੂਜਾ ਐਲੀਮੈਂਟ ਬੀ ਸੈੱਟ ਦਾ ਹੋਏਗਾ। ਪਹਿਲਾ ਐਲੀਮੈਂਟ ਜਿਵੇਂ 1 ਲੱਤਾ, ਦੂਜਾ ਐਲੀਮੈਂਟ ਬੀ, ਫਿਰ 1 ਨਾਲ ਹੋ ਗਿਆ, ਹੁਣ ਦੋਨੋਂ ਐਲੀਮੈਂਟ ਹੋ ਗਏ, ਏ ਵੀ ਹੋ ਗਿਆ ਬੀ ਵੀ ਹੋ ਗਿਆ। ਹੁਣ ਦੂਸਰਾ ਆਹ ਲੈ ਲਓ 2। ਠੀਕ ਹੈ, ਫਸਟ ਪਲੇਸ 'ਤੇ ਜਿਹੜਾ ਐਲੀਮੈਂਟ ਹੋਏਗਾ ਉਹ ਏ ਸੈੱਟ 'ਚ ਹੋਏਗਾ, ਯਾਨੀ ਕਿ ਜੋ ਵੀ ਅੱਗੇ ਹੋਏਗਾ, ਜੇ ਏ ਅੱਗੇ ਹੈ ਤਾਂ ਏ ਦਾ ਹੀ ਐਲੀਮੈਂਟ ਹੋਏਗਾ ਫਸਟ ਪਲੇਸ 'ਤੇ, ਜੇ ਬੀ ਅੱਗੇ ਤਾਂ ਬੀ ਦਾ ਹੁੰਦਾ ਗਾ। ਜੇ ਬੀ ਕ੍ਰੋਸ ਏ ਲਿਖਦੇ ਤਾਂ ਬੀ ਦੇ ਅੱਗੇ ਹੁੰਦੇ, ਏ ਦੇ ਪਿੱਛੇ ਚਲੇ ਜਾਂਦੇ, ਮੀਨਸ ਜੋ ਵੀ ਅੱਗੇ ਹੈਗਾ। ਠੀਕ ਹੈ, ਫਸਟ ਪਲੇਸ 'ਤੇ ਤਾਂ ਫਸਟ ਸੈੱਟ ਦੇ ਮਤਲਬ ਫਸਟ ਪਲੇਸ 'ਤੇ ਜੋ ਹੈ ਉਸੇ ਸੈੱਟ ਦੇ ਹੀ ਐਲੀਮੈਂਟ ਫਸਟ ਪਲੇਸ 'ਤੇ ਹੋਣਗੇ, ਤਾਂ 2 ਉਸ ਤੋਂ ਬਾਅਦ ਦੂਜੀ ਪਲੇਸ 'ਤੇ ਏ, 2 ਬੀ, ਫਿਰ ਅਗਲਾ ਲੈ ਲਿਆ 3 ਏ 3 ਬੀ। ਦੇਖੋ ਬੇਟਾ ਇਹ ਕੀ, ਇਹ ਕਾਰਟੀਜ਼ਨ ਪ੍ਰੋਡਕਟ ਦੇ ਐਲੀਮੈਂਟਸ ਹੈ। ਕਾਰਟੀਜ਼ਨ ਪ੍ਰੋਡਕਟ 'ਚ ਤਾਂ ਸਾਰੇ ਐਲੀਮੈਂਟਸ ਆ ਜਾਣਗੇ, ਪਰ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਸਭ ਦਾ ਆਪਸ 'ਚ ਰਿਲੇਸ਼ਨ ਹੈ। ਰਿਲੇਸ਼ਨ 'ਚ ਜੋ ਐਲੀਮੈਂਟਸ ਹੋਣਗੇ ਉਹਨਾਂ ਦਾ ਆਪਸ 'ਚ ਰਿਲੇਸ਼ਨ ਹੋਏਗਾ। ਏ ਕ੍ਰੋਸ ਬੀ ਦੇ ਵਿੱਚ 6 ਐਲੀਮੈਂਟ ਹੈ, ਇਹ ਆਪਾਂ ਪਤਾ ਕਰ ਸਕਦੇ ਹਾਂ ਕਿ ਐਜ਼ ਨੰਬਰ ਆਫ ਸਬਸੈਟਸ, ਇਹਦੇ ਆਪਾਂ ਨੰਬਰ ਆਫ ਸਬਸੈਟਸ ਕਰ ਸਕਦੇ, ਜਿੰਨੇ ਨੰਬਰ ਆਫ ਐਲੀਮੈਂਟਸ ਹੈ ਉਨੇ ਹੀ ਆਪਾਂ
2 ਦੀ ਪਾਵਰ 6 ਕਰਕੇ ਆਪਾਂ ਇਹਦੇ ਨੰਬਰ ਆਫ ਡਿਫਰੈਂਟ ਜਿਹੜੇ ਆ ਰਿਲੇਸ਼ਨਸ ਕੱਢ ਸਕਦੇ ਹਾਂ, ਕਿਉਂਕਿ ਸਾਰੇ ਦੇ ਸਾਰੇ, ਕਿਉਂਕਿ ਰਿਲੇਸ਼ਨ ਕਈ ਹੁੰਦਾ ਹੈਗਾ ਸਬਸੈਟਸ ਤੋਂ ਬਣਦਾ ਹੈਗਾ ਰਿਲੇਸ਼ਨ, ਹੈ ਨਾ। ਆਰ ਇਜ਼ ਅ ਸਬਸੈਟ ਆਫ ਏ ਕ੍ਰੋਸ ਬੀ, ਯਾਨੀ ਕਿ ਜਿੰਨੇ ਇਹਦੇ ਸਬਸੈਟਸ ਉਹ ਸਾਰੇ ਦੇ ਸਾਰੇ ਜਿਹੜੇ ਰਿਲੇਸ਼ਨ ਬਣਾ ਸਕਦੇ ਹੈਗੇ। ਕਲੀਅਰ। ਤਾਂ ਇਹਦੇ ਆਪਾਂ ਏ ਕ੍ਰੋਸ ਬੀ ਦੇ ਕਿੰਨੇ ਸਬਸੈਟਸ ਬਣਾ ਸਕਦੇ ਹਾਂ, ਇਹ ਕਿਵੇਂ ਪਤਾ ਚੱਲੂਗਾ? ਜਿੰਨੇ ਇਹਦੇ ਵਿੱਚ ਐਲੀਮੈਂਟਸ ਹੈ ਏ ਕ੍ਰੋਸ ਬੀ 'ਚ ਕਿੰਨੇ 6 ਹੈ ਜਿਵੇਂ, ਤਾਂ 2 ਦੀ ਪਾਵਰ ਉਨੇ ਕਰ ਦਿਓ ਜਿੰਨੇ ਵੀ ਐਲੀਮੈਂਟਸ ਹੈ। 2 ਦੀ ਪਾਵਰ 6 ਕੀਤੀ ਤਾਂ 64 ਬਣ ਜਾਂਦਾ ਹੈ। ਤਾਂ ਮੀਨਸ 64 ਜਿਹੜੇ ਆ ਰਿਲੇਸ਼ਨਸ ਆਪਾਂ ਏ ਟੂ ਬੀ ਬਣਾ ਸਕਦੇ ਹਾਂ। ਤਾਂ ਜਿਵੇਂ ਕਿ R1 ਆਪਾਂ ਨੇ ਲਿਖ ਲਿਆ 1A 2B, ਕੋਈ ਵੀ ਚੂਜ਼ ਕਰ ਲਓ। ਤਾਂ ਮੀਨ 1 ਦਾ A ਨਾਲ ਰਿਲੇਸ਼ਨ ਹੈ, 2 ਦਾ B ਨਾਲ ਹੈ, 3 ਦਾ B ਨਾਲ ਹੈ। ਜਾਂ 5 ਆਪਾਂ ਨੇ ਲਿਖ ਲਿਆ, ਜਿਵੇਂ 5 ਵੀ ਆਪਣੇ ਆਪ 'ਚ ਕੀ ਹੈ, ਐਮਟੀ ਸੈੱਟ ਵੀ ਆਪਣੇ ਆਪ 'ਚ ਰਿਲੇਸ਼ਨ ਹੁੰਦਾ, ਕਿਉਂਕਿ 5 ਇਜ਼ ਆਲਸੋ ਸਬਸੈਟ ਆਫ A ਕ੍ਰੋਸ B। clear, this is so relation from A to B is called the binary relation, ਇਹਨੂੰ ਕਹਿੰਦੇ ਹੈਗੇ। clear। ਉਸ ਤੋਂ ਬਾਅਦ ਇਹ ਸੀਗਾ ਆਪਣੇ ਕੋਲ ਰਿਲੇਸ਼ਨ ਦੀ ਜਿਹੜੀ ਹੈ ਡੈਫੀਨੇਸ਼ਨ ਬਾਰੇ ਸੀਗਾ। ਉਸ ਤੋਂ ਬਾਅਦ ਇੱਕ ਹੋਰ ਜਿਹੜਾ ਹੈਗਾ ਆਪਾਂ ਪੜ੍ਹਦੇ ਹਾਂ ਡੋਮੇਨ ਐਂਡ ਰੇਂਜ ਆਫ ਰਿਲੇਸ਼ਨ। ਠੀਕ ਹੈ, ਡੋਮੇਨ ਕੀ ਹੁੰਦਾ ਅਤੇ ਰੇਂਜ ਕੀ ਹੁੰਦਾ ਰਿਲੇਸ਼ਨ ਦਾ। ਡੋਮੇਨ ਅਤੇ ਰੇਂਜ ਜੇ ਆਪਾਂ ਨੇ ਕੱਢਣਾ ਹੋਵੇ ਰਿਲੇਸ਼ਨ ਦਾ, ਤਾਂ ਡੋਮੇਨ ਸੈੱਟ ਹਮੇਸ਼ਾ ਕੀ ਹੁੰਦਾ ਹੈ, ਆਰ ਇਜ਼ ਅ ਰਿਲੇਸ਼ਨ। ਜੇ ਆਰ ਆਪਣੇ ਕੋਲ ਰਿਲੇਸ਼ਨ ਹੈ ਸੈੱਟ ਏ ਟੂ ਸੈੱਟ ਬੀ, then the set of the first component of the elements of R। ਠੀਕ ਹੈ, ਹੁਣ ਜਿਵੇਂ ਆਹ ਆਰ ਰਿਲੇਸ਼ਨ ਹੈ, ਇਹਦੇ ਆਹ ਐਲੀਮੈਂਟਸ ਹੈ, ਇਹਨਾਂ ਐਲੀਮੈਂਟਸ ਦੇ ਫਸਟ ਕੰਪੋਨੈਂਟ, ਇਹਨਾਂ ਨੂੰ ਕੰਪੋਨੈਂਟਸ ਕਿਹਾ ਜਾਂਦਾ ਹੈਗਾ। ਆ ਜਿਹੜੇ ਲਿਖੇ ਹੋਏ ਨਾ ਫਸਟ ਪਲੇਸ 'ਤੇ ਆ ਸੈਕਿੰਡ ਪਲੇਸ ਕੰਪੋਨੈਂਟ ਹੈ, ਫਸਟ ਪਲੇਸ ਕੰਪੋਨੈਂਟ। ਫਸਟ ਪਲੇਸ ਜਿਹੜੇ ਕੰਪੋਨੈਂਟਸ ਹੈ ਇਹਨਾਂ ਦੇ ਸੈੱਟ ਨੂੰ ਆਪਾਂ ਕੀ ਕਹਿੰਦੇ ਹੈਗੇ, ਡੋਮੇਨ ਕਹਿ ਦਿੰਦੇ ਹਾਂ। ਦ ਸੈੱਟ ਆਫ ਦ ਫਸਟ ਕੰਪੋਨੈਂਟਸ ਆਫ ਦ ਐਲੀਮੈਂਟਸ ਆਫ ਆਰ is called the domain of R, and the set of the second component means ਜੋ second place ਤੇ ਪਏ ਹੈਗੇ components, ਉਹਨਾਂ ਨੂੰ ਆਪਾਂ ਕੀ ਕਹਿੰਦੇ ਹੈਗੇ, ਉਹਨਾਂ ਨੂੰ ਆਪਾਂ ਕਹਾਂਗੇ range of the R। ਕਲੀਅਰ ਬੇਟਾ, ਸਮਝ ਆ ਗਿਆ। ਜਿਹੜੇ ਸੈਕਿੰਡ ਪਲੇਸ 'ਤੇ ਹੁੰਦੇ ਹੈਗੇ ਉਹ ਰੇਂਜ ਸੈੱਟ ਬਣਾਉਂਦੇ ਆ ਕੰਪੋਨੈਂਟਸ, ਅਤੇ ਜਿਹੜੇ ਫਸਟ ਪਲੇਸ 'ਤੇ ਕੰਪੋਨੈਂਟਸ ਪਏ ਆ ਉਹ ਕੀ ਬਣਾਉਂਦੇ ਆ, ਡੋਮੇਨ ਸੈੱਟ ਬਣਾਉਂਦੇ। ਮੀਨਸ ਡੋਮੇਨ ਆਫ ਆਰ ਇਜ਼ ਇਕੁਅਲ ਟੂ ਏ। ਜਿੰਨੇ ਵੀ ਐਲੀਮੈਂਟਸ ਪਏ ਆ ਜਿਹੜੇ ਏ ਫਸਟ ਕੰਪੋਨੈਂਟ ਹੈ ਉਹ ਆਪਣੇ ਕੋਲ, ਤੇ ਰੇਂਜ ਹੈਗੀ ਸੈਕਿੰਡ ਕੰਪੋਨੈਂਟ। ਓਕੇ, ਹਾਂ ਇਹਨਾਂ ਨੇ ਅਨਦਰ ਡੈਫੀਨੇਸ਼ਨ ਲਿਖਿਆ, ਇਫ ਆਰ ਇਜ਼ ਰਿਲੇਸ਼ਨ ਫਰੋਮ ਏ ਸੈੱਟ ਏ ਟੂ ਸੈੱਟ ਏ। ਹੁਣ ਇਹਦੇ ਵਿੱਚ ਕੀ ਹੈਗੇ, ਜੇ ਏ ਟੂ ਏ, ਦੇਖੋ ਇੱਥੇ ਏ ਟੂ ਬੀ ਸੀਗਾ, ਜੇ ਆਪਾਂ ਏ ਟੂ ਏ ਯਾਨੀ ਕਿ ਉਸੇ ਸੈੱਟ ਤੋਂ ਲੈ ਕੇ ਉਸੇ ਸੈੱਟ ਤੱਕ ਵੀ ਹੈ ਤਾਂ ਵੀ ਆਪਣੇ ਕੋਲ ਆਰ ਕੇ ਬਣ ਜਾਂਦਾ, ਰਿਲੇਸ਼ਨ ਬਣ ਜਾਂਦਾ ਓਨ ਸੈੱਟ ਏ। ਸੇਮ ਉਸੇ ਸੈੱਟ 'ਤੇ ਹੀ ਆਪਣੇ ਕੋਲ ਰਿਲੇਸ਼ਨ ਜਿਹੜਾ ਹੈਗਾ ਬਣ ਜਾਂਦਾ। ਜਿਵੇਂ ਕਿ ਤੁਹਾਨੂੰ ਸੈੱਟ ਏ ਗਿਵਨ ਹੈ 1 2 3, ਤਾਂ ਤੁਸੀਂ ਇਸ ਤੋਂ ਵੀ ਕਾਰਟੇਸੀਅਨ ਪ੍ਰੋਡਕਟ ਲਿਖ ਸਕਦੇ ਹੋ ਏ ਕ੍ਰੋਸ ਏ। ਤੁਸੀਂ ਕੀ ਕਰਨਾ, ਇਸੇ ਸੈੱਟ ਨੂੰ 2 ਵਾਰ ਲਿਖ ਲੈਣਾ। ਠੀਕ ਹੈ, ਤਾਂ ਉਸੇ ਨੂੰ ਜਿਵੇਂ ਇਹਨੂੰ ਹੀ 2 ਵਾਰੀ ਦੂਜੀ ਵਾਰ ਲਿਖਿਆ 1 2 3। ਠੀਕ ਹੈ, ਤਾਂ ਤੁਸੀਂ ਇਸ ਨੂੰ ਹੁਣ ਜਦੋਂ ਤੁਸੀਂ ਪੇਅਰ 'ਚ ਲਿਖੋਗੇ ਤਾਂ ਇਹਦਾ ਹੀ ਪਹਿਲਾ ਫਿਰ ਇਹਦਾ ਦੂਜਾ। ਠੀਕ ਹੈ, 1 1 ਬਣ ਗਿਆ, 1 1, ਫਿਰ 1 2 1 3। ਓਕੇ, ਫਿਰ 2 1 2 2 2 3 3 1 3 2 3 3। ਇਸ ਤਰ੍ਹਾਂ ਤੁਸੀਂ ਜਿਹੜੇ ਐਲੀਮੈਂਟਸ ਹੈ ਰਿਲੇਸ਼ਨ 'ਚ ਕੋਈ ਵੀ ਐਲੀਮੈਂਟਸ ਹੋ ਸਕਦੇ ਹੈਗੇ ਜਿਹੜੇ ਕਿ ਸਬਸੈਟ ਆਫ ਏ ਕ੍ਰੋਸ ਏ ਹੋਣ, ਦੈਟ ਇਜ਼ ਅ ਰਿਲੇਸ਼ਨ। ਕਲੀਅਰ ਬੇਟਾ, ਇਹ ਸੀਗੇ ਆਪਣੇ ਕੋਲ ਰਿਲੇਸ਼ਨ ਦੇ ਕੁਛ। ਜੇ ਰਿਲੇਸ਼ਨ ਹੁਣ ਜਿਵੇਂ 1 to R ਦੇ ਵਿੱਚ ਜਾ ਰਹੇ ਤਾਂ ਇਟ ਮੀਨਸ 1 ਅਤੇ 2 ਦਾ ਆਪਸ 'ਚ ਰਿਲੇਸ਼ਨ ਹੈ। 1 1 ਜਿਵੇਂ R ਦਾ ਐਲੀਮੈਂਟ ਨਹੀਂ ਹੈਗਾ, ਦੇਖੋ 1 1 ਇਹਦੇ ਵਿੱਚ ਨਹੀਂ ਹੈਗਾ, ਬਟ ਇਹ ਕਾਰਟੇਸੀਅਨ ਵਿੱਚ ਹੈਗਾ। ਪਰ ਜੇ 1 1 R ਦੇ ਵਿੱਚ ਨਹੀਂ ਤਾਂ ਮੀਨਸ ਇਹਦਾ ਆਪਸ 'ਚ ਨਹੀਂ ਰਿਲੇਸ਼ਨ ਹੈਗਾ, 1 ਦਾ 1 ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ ਬੇਟਾ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ। ਓਕੇ, ਐਲੀਮੈਂਟ ਜੇ ਆਰ ਦੇ ਵਿੱਚ ਹੈਗੀ ਹੈ ਤਾਂ ਉਹਨਾਂ ਦਾ ਆਪਸ 'ਚ ਰਿਲੇਸ਼ਨ ਹੈਗਾ। ਜੇ ਐਲੀਮੈਂਟ ਆਰ ਦੇ ਵਿੱਚ ਨਹੀਂ ਹੈਗੇ, ਕਾਰਟੇਸੀਅਨ ਪ੍ਰੋਡਕਟ 'ਚ ਹੈਗੇ ਤਾਂ ਮੀਨਸ ਉਹਨਾਂ ਦਾ ਆਪਸ 'ਚ ਰਿਲੇਸ਼ਨ ਨਹੀਂ ਹੈਗਾ ਗਾ। ਓਕੇ ਬੇਟਾ, ਆਹ ਡੋਮੇਨ ਸੈੱਟ ਕੱਢਿਆ ਹੋਏਗਾ। ਹੁਣ ਦੇਖੋ ਡੋਮੇਨ ਸੈੱਟ ਆਫ ਆਰ, ਡੋਮੇਨ ਸੈੱਟ ਕੱਢਣਾ ਵੀ ਈਜ਼ੀ ਹੈਗਾ ਬਹੁਤ। ਹੁਣ ਜਿਵੇਂ ਡੋਮੇਨ ਸੈੱਟ ਕੇ ਇਹਦੇ ਫਸਟ ਕੰਪੋਨੈਂਟਸ ਲੈ ਲਓ 1
2 3 ਤਾਂ ਇਹਦੇ ਕੀ ਹੋ ਗਈ, ਤਿੰਨੋਂ ਹੀ ਹੋ ਗਈ ਕਿ ਡੋਮੇਨ ਸੇ 2 3 ਰੇਂਜ ਸੈੱਟ ਦੇ ਵਿੱਚ ਆਪਣੇ ਕੋਲ 2 ਤੇ 3 ਆ ਜਾਏਗਾ, 1 ਨਹੀਂ ਆਏਗਾ ਕਿਉਂਕਿ 1 ਹੈ ਹੀ ਨਹੀਂ ਗਾ। ਦੇਅਰਫੋਰ 2 ਤੇ 3 ਆਪਣੇ ਕੋਲ ਰੇਂਜ ਆਫ ਆਰ ਆ ਗਈ। ਇਸੇ ਤਰ੍ਹਾਂ ਹੀ ਅੱਗੇ ਕੁਛ ਹੋਰ ਐਗਜ਼ਾਮਪਲਸ ਲਿਖੀਆਂ ਹੋਈਆਂ ਹੈਗੀਆਂ ਨੈਚੁਰਲ ਨੰਬਰਸ ਦੇ ਉੱਤੇ ਹੈਗੀਆਂ, ਇਹ ਤੁਸੀਂ ਬੇਟਾ ਰੀਡ ਕਰ ਸਕਦੇ ਹੋਗੇ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਕੁਛ ਟਾਈਪਸ ਆ ਜਾਂਦੀਆਂ ਹੈਗੀਆਂ ਰਿਲੇਸ਼ਨ ਦੀਆਂ, ਕਿ ਰਿਲੇਸ਼ਨ ਕਿਸ ਤਰ੍ਹਾਂ ਦੇ ਹੁੰਦਾ। ਫਸਟ ਜਿਹੜੀ ਹੈਗੀ ਰਿਫਲੈਕਸਿਵ ਰਿਲੇਸ਼ਨ ਆ ਜਾਂਦਾ ਹੈਗਾ। ਰਿਫਲੈਕਸਿਵ ਰਿਲੇਸ਼ਨ ਕਿਹੜਾ ਹੁੰਦਾ ਹੈਗਾ, ਇਹ ਰਿਲੇਸ਼ਨ ਆਰ ਔਨ ਸੈਟ ਏ ਇਜ਼ ਕਾਲਡ ਅ ਰਿਫਲੈਕਸਿਵ ਰਿਲੇਸ਼ਨ। ਕਿਸੇ ਵੀ ਰਿਲੇਸ਼ਨ ਨੂੰ ਸੈੱਟ ਏ ਤੇ ਆਪਾਂ ਕੀ ਕਹਿੰਦੇ ਆ, ਰਿਫਲੈਕਸਿਵ ਰਿਲੇਸ਼ਨ ਕਹਿੰਦੇ ਆ। ਇਫ x ਬਿਲੋਂਗਸ ਟੂ ਆਰ, ਫॉर ऑल x बिलोंग्स टू a, मतलब की है दैट इज़ इफ x ਦਾ x ਨਾਲ ਰਿਲੇਸ਼ਨ ਹੈ, ਜਿੰਨੀਆਂ ਵੀ x for every x belongs to a, ਇੱਥੇ a ਹੋਣਾ ਸੀ, for every x belongs to a means a ਦੇ ਜਿੰਨੇ ਵੀ ਐਲੀਮੈਂਟਸ ਹੈ ਜੇ ਉਹਨਾਂ ਦਾ ਆਪਣੇ ਆਪ ਦੇ ਨਾਲ ਰਿਲੇਸ਼ਨ ਹੈ, x ਦਾ ਨਾਲ ਰਿਲੇਸ਼ਨ ਦਾ ਕੀ ਮਤਲਬ ਹੈ, ਉਹਨਾਂ ਦਾ ਆਪਣੇ ਆਪ ਦੇ ਨਾਲ ਜੇ ਰਿਲੇਸ਼ਨ ਹੈ, ਏ ਦੇ ਸਾਰੇ ਐਲੀਮੈਂਟਸ ਦਾ ਜੇ ਆਪਣੇ ਆਪ ਦੇ ਨਾਲ ਰਿਲੇਸ਼ਨ ਹੈ ਤਾਂ ਉਸ ਰਿਲੇਸ਼ਨ ਨੂੰ ਆਪਾਂ ਕੀ ਕਹਿੰਦੇ ਹੈਗੇ, ਰਿਫਲੈਕਸਿਵ ਰਿਲੇਸ਼ਨ ਕਹਿੰਦੇ ਹੈਗੇ। ਹੁਣ ਜਿਵੇਂ ਕਿ ਆਪਣੇ ਕੋਲ ਸੈੱਟ ਏ ਹੈਗਾ 1 ਤੇ 2, ਕਲੀਅਰ 1 ਤੇ 2 ਆਪਣੇ ਕੋਲ ਆ ਕਾਰਟੀਜ਼ਨ ਪ੍ਰੋਡਕਟ ਲਿਖਦੇ, ਇਹ ਤਾਂ ਈਜ਼ੀ ਹੈ ਲਿਖਣਾ, ਤੁਹਾਨੂੰ ਆਉਂਦੀ ਹੈ। 1 1 ਲਿਖ ਲਿੱਤਾ, 1 2 ਲਿਖ ਲਿੱਤਾ ਗਾ, ਫਿਰ 2 1 ਲਿਖਿਆ, 2 2, ਇਹ ਤਾਂ ਹੋ ਜਾਏਗੀ। ਉਸ ਤੋਂ ਬਾਅਦ ਰਿਲੇਸ਼ਨ ਦੇ ਵਿੱਚ ਕੀ ਹੈਗਾ ਕਿ ਜਿੰਨੇ ਵੀ ਏ ਦੇ ਐਲੀਮੈਂਟਸ ਹੈ ਉਹਨਾਂ ਦਾ ਆਪਣੇ ਆਪ ਦੇ ਨਾਲ ਰਿਲੇਸ਼ਨ, ਆਪਣੇ ਆਪ ਦੇ ਨਾਲ ਰਿਲੇਸ਼ਨ ਆ ਵੇਖੋ x ਮੀਨਸ 1 1 ਆਪਣੇ ਆਪ ਦੇ ਨਾਲ ਰਿਲੇਸ਼ਨ ਹੋ ਗਿਆ ਨਾ, ਫਿਰ 2 2 ਆਪਣੇ ਆਪ ਦੇ ਨਾਲ ਰਿਲੇਸ਼ਨ ਹੋਣਾ ਚਾਹੀਦਾ ਹੈਗਾ। ਸੇਮ ਐਲੀਮੈਂਟ ਫਸਟ ਕੰਪੋਨੈਂਟ ਤੇ ਸੈਕਿੰਡ ਕੰਪੋਨੈਂਟ ਜੇ ਸੇਮ ਹੈ ਤਾਂ ਮੀਨਸ ਆਪਣੇ ਆਪ ਦੇ ਨਾਲ ਉਹਨਾਂ ਦਾ ਰਿਲੇਸ਼ਨ ਹੈਗਾ। ਜੇ ਹਰੇਕ ਐਲੀਮੈਂਟ ਦਾ ਏ ਦੇ ਹਰੇਕ ਐਲੀਮੈਂਟ ਦਾ ਰਿਲੇਸ਼ਨ ਜੇ ਇੱਦਾਂ ਦੇ ਐਲੀਮੈਂਟ ਆਰ ਦੇ ਵਿੱਚ ਸਾਰੇ ਐਲੀਮੈਂਟ ਪਏ ਹੈਗੇ ਜਿਨ੍ਹਾਂ ਦਾ ਆਪਣੇ ਆਪ ਦੇ ਨਾਲ ਰਿਲੇਸ਼ਨ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ ਹੈਗੇ, ਰਿਫਲੈਕਸਿਵ ਰਿਲੇਸ਼ਨ ਕਹਿੰਦੇ। ਆਈ ਥਿੰਕ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਈ, ਪਰ ਇਹ ਚੀਜ਼ ਧਿਆਨ ਰੱਖਣੀ ਇਹਦੇ ਜਿੰਨੇ ਵੀ ਐਲੀਮੈਂਟਸ ਹੋਣਗੇ ਸਾਰੇ ਇਹਦੇ ਵਿੱਚ ਸਭ ਦਾ ਮਤਲਬ ਆਪਣੇ ਆਪ ਨਾਲ ਰਿਲੇਸ਼ਨ ਹੋਣਾ ਚਾਹੀਦਾ ਹੈਗਾ। ਓਕੇ, x belongs to r, for every x belongs to a, then r is called the reflexive relation. ਓਕੇ, ਇਹ ਐਗਜ਼ਾਮਪਲ ਹੋਰ ਇੱਥੇ ਲਿਖੀ ਹੋਈ ਹੈ ਕਿ ਜਿਵੇਂ ਆ 1 1 ਆ 2 2 ਆ ਗਿਆ, ਇਹਨਾਂ ਦਾ ਆਪਣੇ ਆਪ ਦੇ ਨਾਲ ਰਿਲੇਸ਼ਨ ਹੈ ਅਤੇ ਰਿਫਲੈਕਸਿਵ ਰਿਲੇਸ਼ਨ ਬਣ ਜਾਂਦੀ ਹੈਗੀ। ਅੱਗੇ ਹੋਰ ਐਗਜ਼ਾਮਪਲਸ ਲਿਖੀਆਂ ਹੋਈਆਂ, ਜਿਵੇਂ ਆ ਐਗਜ਼ਾਮਪਲ ਲਿਖੀ ਹੋਈ ਹੈਗੀ ਲਾਈਨਸ ਦੀ ਕਿ L1 L2 ਦੇ ਪੈਰਲਲ ਹੈਗੀ। if L2 is R is defined on set of lines by L1, the L2 ਦਾ relation ਹੈ L2 is parallel to L2 is reflexive since every line ਹਰੇਕ ਲਾਈਨ ਦੇ ਪੈਰਲਲ ਹੁੰਦੀ, ਆਪਣੇ ਆਪ ਦੇ ਵੀ ਪੈਰਲਲ ਹੀ ਹੁੰਦੀ ਹੈਗੀ, ਆਪਾਂ ਨੂੰ ਪਤਾ ਹੀ ਹੈਗਾ। therefore ਇਹ ਵੀ ਰਿਫਲੈਕਸਿਵ ਰਿਲੇਸ਼ਨ ਹੈ। ਨੈਕਸਟ ਜੋ ਹੈ ਦੈਟ ਇਜ਼ ਦ ਸਿਮੈਟ੍ਰਿਕ ਰਿਲੇਸ਼ਨ। ਸਿਮੈਟ੍ਰਿਕ ਰਿਲੇਸ਼ਨ ਅਗਲੀ ਆਪਣੀ ਟਾਈਪ ਹੈਗੀ। ਸਿਮੈਟ੍ਰਿਕ ਰਿਲੇਸ਼ਨ ਕਦੋਂ ਬਣਾਉਂਦਾ ਹੈ, ਕਿਸੇ ਵੀ ਰਿਲੇਸ਼ਨ ਨੂੰ ਔਨ ਦਾ ਸੈਟ A is called the symmetric relation if A or B means ਜੇ A ਐਲੀਮੈਂਟ ਦਾ B ਐਲੀਮੈਂਟ ਨਾਲ A ਕੰਪੋਨੈਂਟ ਦਾ B ਕੰਪੋਨੈਂਟ ਨਾਲ ਰਿਲੇਸ਼ਨ ਹੈ, A ਦਾ B ਨਾਲ ਰਿਲੇਸ਼ਨ ਹੈ ਤਾਂ B ਦਾ A ਨਾਲ ਵੀ ਰਿਲੇਸ਼ਨ ਹੋਏਗਾ। ਵੇਅਰ A ਤੇ B ਕੀ ਹੈ, ਦੋਨੋਂ ਹੀ A ਦੇ ਐਲੀਮੈਂਟਸ ਹੈ। ਕਲੀਅਰ, ਯਾਨੀ ਕਿ A ਦੇ ਹਰੇਕ ਐਲੀਮੈਂਟ ਦੇ ਵਿੱਚ ਜੇ A ਦਾ B ਨਾਲ ਰਿਲੇਸ਼ਨ A B R ਨੂੰ ਬਿਲੋਂਗਸ ਟੂ ਕਰਦਾ ਤਾਂ B A ਵੀ R ਨੂੰ ਬਿਲੋਂਗਸ ਟੂ ਕਰਨਾ ਚਾਹੀਦਾ ਹੈਗਾ। ਫੋਰ ਐਵਰੀ A B ਬਿਲੋਂਗਸ ਟੂ ਵੇਅਰ A B ਕਿਹਦੇ ਐਲੀਮੈਂਟਸ ਹੈ, ਫੋਰ ਐਵਰੀ ਨਹੀਂ, ਵੇਅਰ A ਤੇ B ਕਿਹਦੇ ਐਲੀਮੈਂਟਸ ਹੈ, A ਦੇ ਐਲੀਮੈਂਟਸ ਹੈ। ਕਲੀਅਰ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹੈਗੇ, ਸਿਮੈਟ੍ਰਿਕ ਰਿਲੇਸ਼ਨ ਕਹਿੰਦੇ ਹੈਗੇ। A ਸੈੱਟ ਆਪਾਂ ਨੂੰ ਗਿਵਨ ਹੈ, ਕਾਰਟੇਸੀਅਨ ਪ੍ਰੋਡਕਟ ਲਿਖ ਲਿੱਤੀ। ਰਿਲੇਸ਼ਨ ਆਪਾਂ ਨੂੰ ਜਿਵੇਂ ਕਿ ਗਿਵਨ ਹੈ ਕਿ 1 1 1 3 3 1। ਕਲੀਅਰ, ਹੁਣ ਦੇਖੋ ਇਹਦੇ ਵਿੱਚ ਜੇ 1 1 ਤਾਂ ਦੇਖੋ ਕੋਈ ਫਰਕ ਨਹੀਂ ਪੈਂਦਾ ਹੈਗਾ, 1 1 ਹੈ, ਇਹਦਾ ਉਲਟਾ ਤਾਂ 1 1 ਹੀ ਬਣੇਗਾ, ਕੋਈ ਫਰਕ ਨਹੀਂ ਪੈਂਦਾ। ਜਦੋਂ 1 3 ਹੈ ਦੇਖੋ A ਤੇ B
मीनस जे ए बी देखो ਇਹਦਾ मतलब कि है जे 1 2 आर ਨੂੰ जा रहा है तो 2 1 भी आर ਨੂੰ जाना चाहिए उल्टा जे 1 2 आर ਨੂੰ जा रहा है तो 2 1 भी आर ਨੂੰ जाना चाहिए जिमें कि इत्थे 1 3 जे आर ਨੂੰ जा रहा है तो 3 1 भी आर ਨੂੰ जा रहा है तो मीनस ये है सिमेट्रिक रिलेशन बनाएगा। हुण इत्थे देखो 1 2 जिहड़ा वो R1 ਨੂੰ जा रहा है बट 2 1 देखो ध्यान नाल इत्थे 2 1 नहीं हैगा गा। देखो ये सबसैट तो हैगी है दोनों ही ए क्रॉस ए दे सबसैट हैगे क्लीयर रिलेशन भी बन रहे हैगे है ना रिलेशन भी बना रही है ये आर बोथ रिलेशन भी बन रहा है पर ये सिमेट्रिक रिलेशन बन रहा है पर ये सिमेट्रिक रिलेशन आर तो बन रहा है ना क्योंकि 1 3 एदा एलीमेंट है तो 3 1 भी एदा एलीमेंट बन रहा है देयरफॉर आर इज़ द सिमेट्रिक रिलेशन बट R1 डज नॉट होल्ड द सिमेट्रिक रिलेशन क्यों क्योंकि 1 2 तो R1 का एलीमेंट है बट 2 1 इज़ नॉट द एलीमेंट ऑफ R1 है ना 1 3 जिमें ਇਹਦਾ एलीमेंट ਸੀਗਾ ਤੇ 3 1 भी ਇਹਦਾ एलीमेंट है ਇਹਦੇ ਵਾਸਤੇ ਤਾਂ ਪ੍ਰੋਪਰਟੀ ਹੋਲਡ ਕਰ ਰਹੀ ਹੈ ਪਰ ਜੇ ਇੱਕ ਵੀ ਅਜਿਹਾ एलीमेंट ਆਪਣੇ ਕੋਲੇ ਪਿਆ ਹੈਗਾ ਜਿਹਦੇ ਵਾਸਤੇ ਇਹ ਵਾਲੀ ਪ੍ਰੋਪਰਟੀ ਸੈਟੀਸਫਾਈ ਨਹੀਂ ਹੋ ਰਹੀ ਤਾਂ ਇਟ ਮੀਨਸ दैट इज़ ਉਹ वाली प्रॉपर्टी होल्ड नहीं करता सिमेट्रिक रिलेशन नहीं बनेगा मीनस 1 2 जे जा रहा तो 2 1 नहीं जा रहा है एक भी एलीमेंट वास्ते रिजल्ट ट्रू नहीं तो मीनस रिजल्ट इज़ नॉट ट्रू देयरफॉर R1 इज़ नॉट द सिमेट्रिक रिलेशन क्लीयर बेटा ये चीज़ ध्यान रखने इनू आप सिमेट्रिक रिलेशन कहने ये कुछ होर एग्जाम्पल्स दी हुई हैं जिमें कि आर दी हुई हैगी L1 L2 ते परपेंडिकुलर है तो L2 भी ओबीअसली जे लाइन L1 लाइन तो L2 लाइनस है L1 L2 ते परपेंडिकुलर तो L2 भी L1 ते परपेंडिकुलर होएगी तो मीनस ये आपस दे विच की बनाउंदी हैगी अपने कोले सिमेट्रिक रिलेशन नैक्सट जिहड़ी प्रॉपर्टी वो हैगी अपने कोले ट्रांजिटिव रिलेशन दी हैगी ट्रांजिटिव रिलेशन की हुंदा है किसी भी रिलेशन नू ऑन सैट ए इज़ कॉल्ड द ट्रांजिटिव रिलेशन जे ए ते बी दा रिलेशन है बी ते सी दा रिलेशन है तो ए ते सी दा भी रिलेशन उत्थे जे होल्ड करदा है फॉर एवरी ए बी सी बिलोंग्स टू ए दैन वी से दैट इज़ द ट्रांजिटिव रिलेशन समझ आ गया बेटा जे ए बी आर नू हो जा रहा है बी सी भी आर दे विच है तो ए सी भी आर विच होना चाहिए वेयर ए बी सी तीनों की है कैपिटल ए दे एलीमेंट है समझ आ गया ईजी है जे ए बी आर दा एलीमेंट है बी सी भी आर दा एलीमेंट है तो ए सी भी आर दा एलीमेंट होना चाहिए जे प्रॉपर्टी होल्ड करेगी तो अपने को उन्होंने आप कहांगे ट्रांजिटिव रिलेशन कहांगे ये एग्जाम्पल देखो ए आपां सैट गिवन है ए क्रॉस ए कार्टेशियन प्रोडक्ट गिवन है आपां आर दिता होया है आर रिलेशन च देखो 1 1 देखो ये तो होल्ड ही है 2 2 भी कोई प्रॉब्लम नहीं गी देखो 1 3 है जे 1 3 अपने को देखो उस तो बाद 3 पहला कंपोनेंट एक एलीमेंट का दूजा तो दूजे का पहला सेम होना चाहिए 1 3 3 वाला होर कोई नहीं है सो नो प्रॉब्लम 2 3 इस भी नहीं है 2 1 हुण इहदे विच तुसीं देखो बेटा 2 1 है तो इत्थे 1 1 है ना 2 1 तो 1 1 2 1 ही बन जाएगा इनू होल्ड कर रहे हैं कोई प्रॉब्लम ही नहीं हैगी देयरफॉर दोनों ही की जिहड़ी हैगे ये की हैगे अपने कोले सबसैट्स ऑफ ए क्रॉस ए हैगे दोनों ये अपने कोले आल्सो ये है जे ए बी आर दा एलीमेंट है R1 देखो R1 दे विच जे 1 2 इहदा एलीमेंट है 2 3 देखो ए बी देखो सेम एलीमेंट बन रहे ए बी बी सी है ना ए बी ते बी सी अपने कोले जे बन रहा है तो अपने कोले 1 3 ए सी केड़ा एलीमेंट बन जाएगा 1 3 1 3 मीनस 1 3 ये विच होल्ड कर रहे है नो है ना 1 3 अपने कोले R1 ते विच होना चाहिए सीगा जबकि 1 3 ये विच है ही नहीं गा जे 1 3 ये विच नहीं हैगा तो एक भी अपने कोले अजिहा एलीमेंट आ गया तो मीनस R1 इज़ नॉट द अपने कोले R1 जिहड़ा हैगा वो ट्रांजिटिव रिलेशन नहीं बना रहा हैगा इहदे विच देखो बेटा अपने कोले आ चीज़ बन रहा है पॉइंट जिवें कि 2 1 ते 1 3 इहदे विच देखो 2 1 ते 1 3 ਇਹਦਾ पिछला कंपोनेंट तो ਇਹਦਾ फर्स्ट कंपोनेंट सेम आ गया तो अपने को एलीमेंट बन गया है ए बी बी सी यानी कि 2 3
2 3 ਬਣਨਾ ਚਾਹੀਦਾ, 2 3 ਇਹਨੂੰ ਇਹਦੇ ਵਿੱਚ ਆ ਰਿਹਾ ਹੋਲਡ ਕਰੇ ਤਾਂ ਆਰ ਆਪਣੇ ਕੋਲੇ ਕੀ ਬਣ ਰਿਹਾ ਹੈਗਾ, ਟ੍ਰਾਂਜ਼ਿਟਿਵ ਰਿਲੇਸ਼ਨ ਬਣ ਰਿਹਾ। ਬਟ R1 ਜਿਹੜਾ ਉਹ ਟ੍ਰਾਂਜ਼ਿਟਿਵ ਰਿਲੇਸ਼ਨ ਨਹੀਂ ਬਣਾ ਰਿਹਾ। ਕਿਉਂ ਨਹੀਂ ਬਣਾ ਰਿਹਾ? ਕਿਉਂਕਿ 1 2 2 3 ਇਹਨੂੰ ਜਾ ਰਿਹਾ ਅਤੇ 1 3 ਇਹਦਾ ਐਲੀਮੈਂਟ ਹੋਣਾ ਚਾਹੀਦਾ ਸੀ, ਜਿਹੜਾ ਕਿ ਇਹਦੇ ਵਿੱਚ ਨਹੀਂ ਹੈਗਾ। therefore R1 is not the transitive, 1 3 does not